एक ओंकार, एक ओंकार, सतनाम सतनाम, करता पुरख, करता पुरख, निर्भव निर्भव, निर्वैर निर्वैर, अकाल मूरत, अकाल मूरत, अजूनी सैभं, अजूनी सैभं, गुर प्रसाद जप, गुर प्रसाद जप, आद सच, आद सच, जुगाद सच, जुगाद सच, है भी सच, है भी सच, नानक होसी भी सच, नानक होसी भी सच, नानक होसी भी सच, नानक होसी भी सच। धन गुरु अर्जन देव
धन गुरु अर्जन देव जी, धन गुरु अर्जन देव जी, धन गुरु अर्जन देव जी, धन गुरु अर्जन देव जी। तेरा पाना मीठा लागे हर पल मुँह कहनाए, हर पल मुँह कहनाए। हे प्रीतम वर शांद माल पाणाए वर ताया की, लो तती ते ताड़ी लाई दिल तेरे विच आया की। हे प्रीतम वर शांद मालक, धन गुरु अर्जन देव जी, 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 धन गुरु अर्जन देव जी। ओ अग जालन वाले पहला मैनू लांबू ला ले तू। ओ अग जालन वाले पहला मैनू लांबू ला ले तू। इस दूल्हे तो पहला दुष्टा मेरी जान मुका ले तू, मेरी जान मुका ले तू। हे प्रीतम वर शांद माल आणाए वर ताया की, लो तती ते ताड़ी लाई दिल तेरे विच आया की। हे प्रीतम वर शांद माल, धन गुरु अर्जन देव जी, 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 धन गुरु अर्जन देव जी। अद्धी रात पे अनक वेला चारों तरफ अंधेरा है। अद्धी रात पे अनक वेला चारों तरफ अंधेरा है। ओथे डर पो किथे जिथे
प्रीतम वर शांद माल पाणाए वर ताया गे लो तती ते ताड़ी लाई दिल तेरे विच आया की हे प्रीतम वर शांद माल धन गुरु अर्जन देव जी 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 धन गुरु अर्जन देव जी। चंदुए की तकारा मत पापा ने मारी तेरी चंदुए की तकारा मत पापा ने मारी तेरी आता निंदिया होंदी पईए दुनिया कर दी सारी तेरी दुनिया कर दी सारी तेरी हे प्रीतम वर शांद माल पाणाए वर आया के लो तती ते ताड़ी लाई दिल तेरे विच आया के हे प्रीतम वर शांद माल धन गुरु अर्जन देव जी 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 धन गुरु अर्जन देव जी। जब तक दुनिया रहेगी चंदू तेन फिटकारा पैण गिया जब तक दुनिया रहेगी चंदू तेन फिटकारा पैण गिया गुरु नानक दे कर दिया चंदू दिनों दिन गूंजा पैण गिया दिनों दिन गूंजा पैण गिया हे प्रीतम वर शांद माल पाणाए वर आया के लो तती ते ताड़ी लाई दिल तेरे विच आया के हे प्रीतम वर शांद माल धन गुरु अर्जन देव जी 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 धन
ਚਰਬੀ ਜਿੰਦੜੀ ਦੁਖੜੇ ਸਹਿ ਕਿਵੇਂ। ਉਚੜੀ ਦੇ ਸਭ ਟਲ ਦੀ ਚਰਬੀ ਜਿੰਦੜੀ ਦੁਖੜੇ ਸਹਿ ਕਿਵੇਂ। ਤੇਰਾ ਪਾਣਾ ਮੀਠਾ ਲਾਗੇ ਹਰ ਪਲ ਮੂੰਹੋਂ ਕਹਿਣਾ ਏ, ਹਰ ਪਲ ਮੂੰਹੋਂ ਕਹਿਣਾ ਏ। ਏ ਪ੍ਰੀਤਮ ਵਰ ਸ਼ਾਨ ਦੇ ਮਾਲਕ ਪਾਣਾ ਏ ਵਰ ਤਾਇਆ ਕੀ। ਲੋ ਤਤੀ ਤੇ ਤਾੜੀ ਲਾਈ ਦਿਲ ਤੇਰੇ ਵਿੱਚ ਆਇਆ ਕੀ। ਏ ਪ੍ਰੀਤਮ ਵਰ ਸ਼ਾਨ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਜੀ, 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 ਧੰਨ ਗੁਰੂ ਅਰਜਨ ਦੇਵ ਜੀ। ਪਰਮ ਸਤਿਕਾਰਯੋਗ ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਤਿਆਰ ਕੀਤੀ, ਇਸ ਸੰਸਾਰ ਵਿੱਚ ਇੱਕ ਪਹਿਲਾ ਗ੍ਰੰਥ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਕਿਹਾ ਜਾਂਦਾ ਹੈ। ਔਰ ਸੰਸਾਰ ਵਿੱਚ ਇਹ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਨ੍ਹਾਂ ਵਿੱਚ ਹਿੰਦੂ ਭਗਤਾਂ, ਮੁਸਲਮਾਨ ਫਕੀਰਾਂ, ਭੱਟਾਂ, ਸਾਰੀਆਂ ਜਾਤਾਂ ਦੇ ਉਹ ਭਗਤ, ਉਹ ਫਕੀਰ ਜਿਹੜੇ ਪਰਮਾਤਮਾ ਨਾਲ ਮਿਲੇ ਹੋਏ, ਉਹਨਾਂ ਦੀ ਬਾਣੀ, ਗੁਰੂ ਸਾਹਿਬਾਂ ਦੀ ਬਾਣੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸਾਰੇ ਵਰਨਾਂ ਨੂੰ ਉਪਦੇਸ਼ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੀ ਪਾਵਨ ਸ਼ਬਦ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਏ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਬਾਰੇ ਅੱਜ ਆਪਾਂ ਵਿਚਾਰ ਕਰਾਂਗੇ, ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਸੰਗਤਾਂ ਮਨਾ ਰਹੀਆਂ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਵਸਾਇਆ ਔਰ ਇਸੇ ਸ਼ਹਿਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਉਸਾਰਿਆ। ਇਹ ਵੀ ਸੰਸਾਰ ਵਿੱਚ ਇੱਕ ਅਨੋਖੀ ਘਟਨਾ ਹੈ। ਊਚ ਨੀਚ, ਜਾਤ ਪਾਤ, ਮਜ਼ਹਬਾਂ ਦੇ ਫਰਕ ਮਿਟਾ ਕੇ ਸ੍ਰੀ ਹਰਿਮੰਦਰ ਸਾਹਿਬ, ਜਿਸ ਨੂੰ ਦੁਨੀਆ ਗੋਲਡਨ ਟੈਂਪਲ ਕਰਕੇ ਵੀ ਯਾਦ ਕਰਦੀ ਹੈ, ਇਸ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ ਇੱਕ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਕੋਲੋਂ ਰਖਵਾਇਆ। ਹਰਿਮੰਦਰ ਸਾਹਿਬ ਦੀ ਨੀਂਹ ਦਾ ਪਹਿਲਾ ਪੱਥਰ ਸਾਈਂ ਮੀਆਂ ਮੀਰ ਨੇ ਰੱਖਿਆ ਔਰ ਫਿਰ ਇਸ ਦਰਬਾਰ ਸਾਹਿਬ ਦੇ, ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਰੱਖੇ, ਪਰ ਰਸਤਾ ਇੱਕ। 4 ਵਰਣ ਦੇ ਲੋਕਾਂ ਨੂੰ ਇਹ ਸੱਦਾ ਦਿੱਤਾ, ਇਹ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਗੋਲਡਨ ਟੈਂਪਲ ਸਾਰਿਆਂ ਦਾ ਸਾਂਝਾ ਹੈ।
ਇੱਥੇ ਕੋਈ ਖੱਤਰੀ ਆਵੇ, ਬ੍ਰਾਹਮਣ ਆਵੇ, ਸ਼ੂਦਰ ਆਵੇ, ਵੈਸ ਆਵੇ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੌ ਵਰਨਾ ਕੋ ਸਾਂਝਾ। ਕੋਈ ਹਿੰਦੂ ਆਵੇ, ਮੁਸਲਮਾਨ ਆਵੇ, ਸਿੱਖ, ਈਸਾਈ, ਬੋਧੀ, ਪਾਰਸੀ, ਜੈਨੀ, ਕੋਈ ਵੀ ਆਵੇ, ਇਹ ਗੁਰੂ ਨਾਨਕ ਦਾ ਘਰ ਸਭ ਦਾ ਸਾਂਝਾ ਘਰ ਹੈ। ਕਮਾਲ ਦੀ ਗੱਲ ਇਹ, ਹਰਮੰਦਰ ਸਾਹਿਬ ਦੇ ਦਰਵਾਜ਼ੇ 4 ਰੱਖੇ ਕਿ 4 ਵਰਣ ਦੇ ਲੋਕਾਂ ਨੂੰ ਸੱਦਾ, ਆਓ ਭਾਈ। ਇੱਥੇ ਕੋਈ ਜਾਤ ਪਾਤ, ਮਜ਼ਹਬ ਦਾ, ਊਚ ਨੀਚ ਦਾ ਸਵਾਲ ਨਹੀਂ। ਦਰਵਾਜ਼ੇ 4 ਪਰ ਰਸਤਾ 1। ਇਹ ਕਿਹਾ, ਜਿਸ ਨੇ ਦਰਬਾਰ ਸਾਹਿਬ ਦੇ ਅੰਦਰ ਜਾਣਾ ਉਸ ਨੂੰ ਇੱਕ ਰਸਤੇ ਤੋਂ ਜਾਣਾ ਪਵੇਗਾ, ਇੱਕ ਹੋ ਕੇ ਜਾਣਾ ਪਵੇਗਾ, ਮਿਲ ਕੇ ਜਾਣਾ ਪਵੇਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਕੰਮ ਨੂੰ ਹੋਰ ਸਿਰੇ ਚਾੜਿਆ। ਗੁਰੂ ਰਾਮਦਾਸ ਜੀ ਮਹਾਰਾਜ ਜੋਤੀ ਜੋਤ ਸਮਾਏ ਤਾਂ ਗੁਰੂ ਰਾਮਦਾਸ ਜੀ ਦੇ ਸਪੁੱਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਗੱਦੀ ਤੇ ਬੈਠੇ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਸਾਰ ਦੇ ਭਲੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ ਔਰ ਇਸ ਬੀੜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਜਿਹੜੇ ਜਿਹੜੇ ਭਗਤ, ਸੰਤ, ਫਕੀਰ ਉਸ ਪ੍ਰਭੂ ਨਾਲ ਪਿਆਰ ਕਰਦੇ ਸਨ, ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕੀਤਾ। ਜੇ ਕੋਈ ਹਿੰਦੂ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠਦਾ ਹੈ, ਉਹਦੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ, ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਕੋਈ ਮੁਸਲਮਾਨ ਆ ਕੇ ਬਹਿੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ, ਉਹਦੇ ਕੰਨਾਂ ਵਿੱਚ ਇਹ ਆਵਾਜ਼ ਪੈਂਦੀ ਹੈ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਰੇ ਫਰਕ ਮਿਟ ਗਏ। ਇੱਥੇ ਰਾਮ ਵੀ ਹੈ, ਇੱਥੇ ਖੁਦਾ ਵੀ ਹੈ, ਇੱਥੇ ਵਾਹਿਗੁਰੂ ਵੀ ਹੈ। ਪਰ ਜਿਸ ਵਕਤ ਸੱਚ ਦਾ ਪ੍ਰਚਾਰ ਹੋਵੇ, ਮੇਲ ਮਿਲਾਪ ਵੱਧ ਰਿਹਾ ਹੋਵੇ, ਤਾਂ ਉਸ ਸਮੇਂ ਇਸ ਸੰਸਾਰ ਦੀ ਤੁਰਦੀ ਰੀਤ ਚੱਲੀ ਆਈ ਹੈ। ਮਿਲਾਪ ਦੇ, ਸਾਂਝੀਵਾਲਤਾ ਦੇ ਦੁਸ਼ਮਣ ਵੀ ਜ਼ਰੂਰ ਹੁੰਦੇ ਹਨ। ਕੁਝ ਕੱਟੜ ਲੋਕ ਜਿਹੜੇ ਧਰਮੀ ਤੇ ਅਖਵਾਉਂਦੇ ਨੇ, ਪਰ ਜਾਣਦੇ ਨਹੀਂ ਧਰਮ ਕੀ ਹੈ। ਇਹਨਾਂ ਲੋਕਾਂ ਨੇ ਇਕੱਠਿਆਂ ਹੋ ਕੇ ਉਸ ਸਮੇਂ ਹਿੰਦੁਸਤਾਨ ਦਾ ਬਾਦਸ਼ਾਹ ਸੀ ਜਹਾਂਗੀਰ, ਜਹਾਂਗੀਰ ਦੇ ਜਾ ਕੇ ਕੰਨ ਭਰੇ, ਕਹਿਣ ਲੱਗੇ, ਬਾਦਸ਼ਾਹ ਸਲਾਮਤ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਐਸਾ ਗ੍ਰੰਥ ਤਿਆਰ ਕੀਤਾ ਹੈ ਜਿਸ ਦੇ ਵਿੱਚ ਇਸਲਾਮ ਨੂੰ ਬਹੁਤ ਮਾੜਾ ਕਿਹਾ, ਕਿਉਂਕਿ ਕਿਸੇ ਨੂੰ ਭੜਕਾਣਾ ਹੋਵੇ ਤਾਂ ਉਹਦੀ ਹੀ ਗੱਲ ਕਰੀਦੀ ਹੈ। ਜਹਾਂਗੀਰ ਮੁਸਲਮਾਨ ਸੀ, ਇਸ ਵਾਸਤੇ ਨਿੰਦਿਆ ਕਰਨ ਵਾਲਿਆਂ ਨੇ ਇਸ ਗੱਲ ਤੇ ਜ਼ਿਆਦਾ ਜ਼ੋਰ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸਲਾਮ ਨੂੰ ਮਾੜਾ ਆਖਿਆ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੋਲ ਮਾੜੇ ਬੰਦੇ ਵੀ ਰੱਖੇ ਹੋਏ ਨੇ, ਇਸ ਤੋਂ ਇਸਲਾਮ ਨੂੰ ਬੜਾ ਖਤਰਾ ਹੈ। ਇਹ ਕਹਿਣ ਵਾਲਾ ਕੋਈ ਨਹੀਂ ਸੀ ਕਿ ਜਹਾਂਗੀਰ ਬਾਦਸ਼ਾਹ, ਇਹ ਗੁਰੂ ਗ੍ਰੰਥ ਸਾਹਿਬ ਜੀ ਉਹ ਹਨ
ਜਿਨ੍ਹਾਂ ਨੂੰ ਅਕਬਰ ਨੇ ਵੀ ਆ ਕੇ ਮੱਥਾ ਟੇਕਿਆ ਸੀ। ਇਹ ਗੁਰੂ ਗ੍ਰੰਥ ਸਾਹਿਬ ਸਭ ਦਾ ਸਾਂਝਾ ਹੈ। ਇਹ ਕਹਿਣ ਵਾਲਾ ਬਾਦਸ਼ਾਹ ਨੂੰ ਕੋਈ ਨਹੀਂ ਸੀ, ਬਾਦਸ਼ਾਹ ਦੇ ਕੰਨ ਭਰਨ ਵਾਲੇ ਬਹੁਤ ਸਨ। ਤਾਂ ਜਹਾਂਗੀਰ ਨੇ ਇਹ ਸੁਣ ਕੇ ਉਸੇ ਵੇਲੇ ਹੁਕਮ ਜਾਰੀ ਕੀਤਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਲਾਹੌਰ ਬੁਲਾਇਆ ਜਾਏ। ਮੈਂ ਲਾਹੌਰ ਆ ਰਿਹਾ, ਉੱਥੇ ਆ ਕੇ ਫਿਰ ਮੈਂ ਫੈਸਲਾ ਕਰਾਂਗਾ ਕਿ ਗੁਰੂ ਅਰਜਨ ਦੇਵ ਜੀ ਨਾਲ ਕੀ ਕੀਤਾ ਜਾਏ। ਜਹਾਂਗੀਰ ਨੇ ਇਹ ਆਪਣਾ ਹੁਕਮ ਜਾਰੀ ਕੀਤਾ। ਜਹਾਂਗੀਰ ਦਾ ਇਹ ਸੁਨੇਹਾ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਪਹੁੰਚਿਆ ਕਿ ਮਹਾਰਾਜ ਆਪ ਜੀ ਨੂੰ ਜਹਾਂਗੀਰ ਨੇ ਲਾਹੌਰ ਆਉਣ ਦਾ ਸੱਦਾ ਦਿੱਤਾ ਹੈ। ਉਸ ਸਮੇਂ ਕੁਝ ਕਮਜ਼ੋਰ ਮਨਾਂ ਵਾਲੇ ਸਿੱਖ ਘਬਰਾ ਗਏ। ਕਹਿਣ ਲੱਗੇ, ਮਹਾਰਾਜ ਜੇ ਹਿੰਦੁਸਤਾਨ ਦੇ ਬਾਦਸ਼ਾਹ ਨੇ ਬੁਲਾਇਆ, ਨਿੰਦਿਆ ਚੁਗਲੀ ਕਰਨ ਵਾਲਿਆਂ ਨੇ ਪਤਾ ਨਹੀਂ ਬਾਦਸ਼ਾਹ ਨੇ ਕੀ ਕੁਝ ਆਖਿਆ ਹੋਵੇਗਾ, ਹੁਣ ਜਾਪਦਾ ਖੈਰ ਨਹੀਂ ਵਰਤੇਗੀ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿੱਖ ਸੰਗਤਾਂ ਨੂੰ ਉਸ ਵੇਲੇ ਇਸ ਸ਼ਬਦ ਦਾ ਉਪਦੇਸ਼ ਕੀਤਾ, ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਮਨਸਾਂ ਕਾ ਦਾਤਾ, ਸਭ ਸੁਖ ਨਿਧਾਨ, ਅੰਮ੍ਰਿਤਸਰ ਸਦ ਹੀ ਭਰਪੂਰਾ। ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਜੋ ਹੋਣਾ ਹੋਵੇਗਾ, ਜੋ ਹੋਣਾ ਹੈ ਉਹ ਹੀ ਹੋ ਰਿਹਾ ਹੈ। ਜੋ ਪ੍ਰਮਾਤਮਾ ਨੇ ਲਿਖਿਆ ਹੈ ਉਹ ਹੀ ਹੁੰਦਾ ਹੈ, ਜੋ ਪ੍ਰਮਾਤਮਾ ਨੇ ਲਿਖਿਆ ਹੈ ਉਹ ਹੀ ਹੁੰਦਾ ਹੈ। ਉਹ ਹੋ ਕੇ ਰਹੇਗਾ, ਉਸ ਨੂੰ ਕੋਈ ਰੋਕ ਨਹੀਂ ਸਕਦਾ। ਸਾਡੇ ਸ਼ਹੀਦ ਹੋਣ ਦਾ ਹੁਣ ਸਮਾਂ ਹੋ ਗਿਆ ਹੈ ਔਰ ਅਸਾਂ ਸ਼ਹੀਦ ਹੋਣਾ ਹੈ। 5 ਸਿੱਖਾਂ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੰਗਤਾਂ ਨੂੰ ਜਗ੍ਹਾ ਜਗ੍ਹਾ ਦਰਸ਼ਨ ਦਿੰਦੇ ਹੋਏ ਲਾਹੌਰ ਵੱਲ ਚੱਲ ਪਏ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਔਰ ਬਾਣੀ ਕੇ ਬੋਇਤ ਕਿਹਾ ਜਾਂਦਾ, ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਪਹੁੰਚੇ। ਸਿੱਖ ਸੰਗਤਾਂ ਨੂੰ ਪਤਾ ਲੱਗਾ ਲਾਹੌਰ ਦੀਆਂ ਸੰਗਤਾਂ ਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗ ਪਈਆਂ। ਇੱਕ ਪਾਸੇ ਸੰਗਤਾਂ ਦਰਸ਼ਨ ਕਰ ਰਹੀਆਂ ਹਨ, ਨਿਹਾਲ ਹੋ ਰਹੀਆਂ ਹਨ, ਤੇ ਦੂਸਰੇ ਪਾਸੇ ਜਹਾਂਗੀਰ ਵੀ ਲਾਹੌਰ ਆ ਪਹੁੰਚਿਆ ਔਰ ਲਾਹੌਰ ਦਾ ਹੀ ਰਹਿਣ ਵਾਲਾ ਚੰਦੂ ਲਾਲ, ਇਹ ਵੀ ਗੁਰੂ ਸਾਹਿਬਾਂ ਦਾ ਦੁਸ਼ਮਣ ਬਣਿਆ ਹੋਇਆ ਹੈ। ਚੰਦੂ ਲਾਲ ਵੀ ਬਾਦਸ਼ਾਹ ਦੇ ਕੰਨ ਭਰਨ ਵਿੱਚ ਸਭ ਤੋਂ ਅੱਗੇ ਸੀ। ਹੁਣ ਉਹ ਸਮਾਂ ਆਇਆ ਜਿਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮੇਲ ਬਾਦਸ਼ਾਹ ਜਹਾਂਗੀਰ ਦੇ ਨਾਲ ਹੋਇਆ। ਆਓ ਪਹਿਲਾਂ ਇੱਕ ਵਾਰੀ ਇਹਨਾਂ ਲਾਈਨਾਂ ਨੂੰ ਆਪਾਂ ਪੜ੍ਹ ਲਈਏ। हे प्रीतम वर शान दे माल, पाणा ए वरताया की, लो तती ते ताड़ी लाई, दिल तेरे विच आया की। हे प्रीतम वर शान दे माल, धन गुरु अर्जन देव जी, 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 धन गुरु अर्जन देव जी।
हरता हो के आप तसीहे जरनाए। मैं रोआते तू मुस्कावे उप तक मूल ना करनाए, उप तक मूल ना करनाए। हे प्रीतम वर शांद माल आणाए वर आया की। लो तती ते ताड़ी लाई दिल तेरे विच आया की। हे प्रीतम वर शांद माल। धन गुरु अर्जन देव जी, 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 धन गुरु अर्जन देव जी। दुनिया दा दुख हरता हो के आप तसीहे जरनाए। दुनिया दा दुख हरता हो के आप तसीहे जरनाए। मैं रोआते तू मुस्कावे उप तक मूल ना करनाए, उप तक मूल ना कर
लो तती ते ताड़ी लाई, दिल तेरे विच आया की, हे प्रीतम वर शान दे मालिक। धन गुरु अर्जन देव जी, 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 धन गुरु अर्जन देव जी। परम सत्कार गुसा संगत, जिस समय ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਆਏ, ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦੇ ਨਾਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਿਲਾਪ ਹੋਇਆ। ਉਸ ਸਮੇਂ ਨਿੰਦਿਆ ਚੁਗਲੀ ਕਰਨ ਵਾਲੇ ਉਹ ਵੀ ਹਾਜ਼ਰ ਸਨ। ਜਹਾਂਗੀਰ ਨੇ ਪਹਿਲਾਂ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੜਾ ਆਦਰ ਮਾਣ ਦਿੱਤਾ, ਔਰ ਫਿਰ ਨਾਲ ਕਹਿਣ ਲੱਗਾ, ਮਹਾਰਾਜ ਜਿਹੜਾ ਤੁਸੀਂ ਗ੍ਰੰਥ ਤਿਆਰ ਕੀਤਾ ਹੈ, ਇਸ ਗ੍ਰੰਥ ਦੇ ਵਿੱਚ ਕੁਝ ਤਬਦੀਲੀ ਕਰ ਦਿਓ, ਮੁਹੰਮਦ ਸਾਹਿਬ ਦੀ ਸਿਫਤ ਲਿਖ ਦਿਓ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਬਾਦਸ਼ਾਹ ਇਸ ਗ੍ਰੰਥ ਵਿੱਚ ਜਾਤੀ ਤੌਰ ਤੇ ਕਿਸੇ ਦੀ ਸਿਫਤ ਨਹੀਂ ਲਿਖੀ ਗਈ। ਇਸ ਗ੍ਰੰਥ ਦੇ ਵਿੱਚ ਉਹ ਬਾਣੀ ਹੈ ਜਿਹੜੀ ਬਾਣੀ ਉਸ ਪਰਮਾਤਮਾ ਦੀ ਹੈ। ਜਿਸ ਵੇਲੇ ਕੋਈ ਉਸ ਖੁਦਾ ਨਾਲ, ਉਸ ਵਾਹਿਗੁਰੂ ਨਾਲ, ਉਸ ਪਰਮਾਤਮਾ ਨਾਲ ਕੋਈ ਮਹਾਂਪੁਰਸ਼ ਜੁੜਿਆ, ਉਸ ਸਮੇਂ ਜੋ ਪਰਮਾਤਮਾ ਨੇ, ਉਸ ਖੁਦਾ ਨੇ, ਉਸ ਵਾਹਿਗੁਰੂ ਨੇ ਜਿਹੜਾ ਇਲਹਾਮ ਭੇਜਿਆ, ਜੋ ਉਸ ਨੇ ਕਿਰਪਾ ਕੀਤੀ, ਉਸ ਵੇਲੇ ਜੁੜੇ ਹੋਏ ਮਨ ਦੇ ਨਾਲ ਜੋ ਮਹਾਂਪੁਰਸ਼ਾਂ ਨੇ ਬਾਣੀ ਉਚਾਰੀ, ਉਹੋ ਹੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ। ਇਸ ਗ੍ਰੰਥ ਵਿੱਚ ਉਹੋ ਹੀ ਬਾਣੀ ਲਿਖੀ ਹੈ ਜਿਹੜੀ ਬਾਣੀ ਉਸ ਪਰਮਾਤਮਾ ਦੇ ਨਾਲ ਜੋੜਦੀ ਹੈ। ਇਸ ਬਾਣੀ ਵਿੱਚ ਕੋਈ ਤਬਦੀਲੀ, ਕੋਈ ਅਦਲਾ ਬਦਲੀ ਨਹੀਂ ਹੋ ਸਕਦੀ। ਤਾਂ ਉਸ ਸਮੇਂ ਜਹਾਂਗੀਰ ਨੇ ਕਿਹਾ, ਫਿਰ ਠੀਕ ਹੈ, ਅਗਰ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਤਬਦੀਲੀ ਨਹੀਂ ਕਰੋਗੇ, ਤੁਹਾਨੂੰ ਜੁਰਮਾਨਾ ਵੀ ਲਗਾਇਆ ਜਾਏਗਾ, ਤੁਹਾਨੂੰ ਸਜ਼ਾ ਵੀ ਦਿੱਤੀ ਜਾਏਗੀ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਜਹਾਂਗੀਰ ਜੁਰਮਾਨਾ ਉਸ ਤੇ ਲਾਇਆ ਜਾਂਦਾ ਹੈ ਜਿਸ ਨੇ ਕੋਈ ਗੁਨਾਹ ਕੀਤਾ ਹੋਵੇ। ਅਸੀਂ ਕੋਈ ਗੁਨਾਹ ਨਹੀਂ ਕੀਤਾ, ਇਸ ਕਰਕੇ ਜੁਰਮਾਨਾ ਨਹੀਂ ਦੇਣਾ। ਆਦਿ ਗ੍ਰੰਥ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਿ ਗ੍ਰੰਥ ਵੀ ਕਿਹਾ ਜਾਂਦਾ ਸੀ। ਆਦਿ ਗ੍ਰੰਥ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ, ਕਿਉਂਕਿ ਇਹ ਇਲਾਹੀ ਬਾਣੀ ਹੈ। ਜੈਸੀ ਮਿਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਮਾਲਕ ਦੀ ਬਾਣੀ ਹੈ, ਇਹਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਆਖਿਰ ਜਹਾਂਗੀਰ ਨੇ ਇਹ ਹੁਕਮ ਕਰ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਸੀਹੇ ਦੇ ਕੇ, ਦੁੱਖ ਦੇ ਕੇ ਸ਼ਹੀਦ ਕੀਤਾ ਜਾਏ। ਜਹਾਂਗੀਰ ਨੇ ਜਿਸ ਵੇਲੇ ਇਹ ਹੁਕਮ ਕੀਤਾ, ਉਸ ਸਮੇਂ ਚੰਦੂ ਲਾਲ ਕੋਲ ਖਲੋਤਾ ਸੀ। ਚੰਦੂ ਲਾਲ ਨੇ ਜਹਾਂਗੀਰ ਨੂੰ ਕਿਹਾ, ਬਾਦਸ਼ਾਹ ਸਲਾਮਤ, ਗੁਰੂ ਅਰਜਨ ਦੇਵ ਜੀ ਨੂੰ
ਮੇਰੇ ਹਵਾਲੇ ਕੀਤਾ ਜਾਏ, ਮੈਂ ਇਹਨਾਂ ਨੂੰ ਸ਼ਹੀਦ ਕਰਾਂਗਾ। ਜਹਾਂਗੀਰ ਸ਼ਹੀਦੀ ਦਾ ਹੁਕਮ ਦੇ ਕੇ ਚਲਾ ਗਿਆ। ਚੰਦੂ ਲਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਣੇ ਨਾਲ ਲੈ ਕੇ ਆਪਣੀ ਹਵੇਲੀ ਆ ਗਿਆ। ਗੁਰੂ ਸਾਹਿਬਾਂ ਨੂੰ ਚੰਦੂ ਲਾਲ ਨੇ ਆਪਣੀ ਹਵੇਲੀ ਵਿੱਚ ਕੈਦ ਕੀਤਾ। ਇੱਥੇ ਇੱਕ ਗੱਲ ਕਹਿਣੀ ਜ਼ਰੂਰੀ ਸਮਝਦੇ ਹਾਂ। ਚੰਦੂ ਲਾਲ ਨੇ ਆਪਣੀ ਲੜਕੀ ਦੇ ਰਿਸ਼ਤੇ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਹਰਗੋਬਿੰਦ ਜੀ ਨਾਲ ਰਿਸ਼ਤਾ ਤੈਅ ਕੀਤਾ ਸੀ। ਜਿਸ ਵੇਲੇ ਲਾਗੀ ਰਿਸ਼ਤਾ ਤੈਅ ਕਰਕੇ ਆਏ ਸਨ ਤੇ ਚੰਦੂ ਲਾਲ ਨੇ ਬੜੇ ਹੰਕਾਰ ਵਿੱਚ ਕਿਹਾ ਸੀ ਲਾਗੀਆਂ ਨੂੰ, ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਨਾਲ ਕਰਕੇ ਆਏ ਹੋ, ਬਹੁਤ ਮਾੜਾ ਕੀਤਾ। ਤੁਸੀਂ ਚਬਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ। ਚੰਦੂ ਲਾਲ ਨੇ ਹੰਕਾਰ ਵਿੱਚ ਆਪਣੇ ਆਪ ਨੂੰ ਚੁਬਾਰਾ ਆਖਿਆ। ਸੰਗਤਾਂ ਨੂੰ ਪਤਾ ਲੱਗਾ। ਸੰਗਤਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿਹਾ, ਮਹਾਰਾਜ, ਚੰਦੂ ਦੀ ਲੜਕੀ ਦਾ ਰਿਸ਼ਤਾ ਆਪਣੇ ਸਾਹਿਬਜ਼ਾਦੇ ਨਾਲ ਤੁਸੀਂ ਪ੍ਰਵਾਨ ਨਾ ਕਰੋ, ਕਿਉਂਕਿ ਇਹ ਬੜਾ ਹੰਕਾਰੀ ਹੈ। ਇਸ ਨੇ ਆਪਣੇ ਆਪ ਨੂੰ ਚੁਬਾਰਾ ਆਖਿਆ ਹੈ ਤੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਆਖਿਆ, ਨੀਵਾਂ ਆਖਿਆ। ਜਿਹੜਾ ਗੁਰੂ ਘਰ ਦਾ ਨਿੰਦਕ ਹੋਵੇ ਉਹਦੇ ਨਾਲ ਰਿਸ਼ਤਾ ਕਰਨਾ ਠੀਕ ਨਹੀਂ। ਗੁਰੂ ਸਾਹਿਬਾਂ ਨੇ ਸੰਗਤਾਂ ਦਾ ਕਿਹਾ ਮੰਨ ਕੇ ਕਿ ਤੂੰ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕਰਦਾ ਹੈ, ਇਸ ਕਰਕੇ ਚੰਦੂ ਤੇਰੇ ਨਾਲ ਕੋਈ ਰਿਸ਼ਤਾ ਅਸੀਂ ਨਹੀਂ ਕਰ ਸਕਦੇ। ਚੰਦੂ ਲਾਲ ਇਹ ਜਾਣਦਾ ਸੀ ਕਿ ਬਾਦਸ਼ਾਹ ਵੀ ਨਾਰਾਜ਼ ਹੈ। ਇਸ ਕਰਕੇ ਚੰਦੂ ਲਾਲ ਗੁਰੂ ਸਾਹਿਬਾਂ ਨੂੰ ਆਪਣੀ ਹਵੇਲੀ ਵਿੱਚ ਲੈ ਕੇ ਆ ਗਿਆ। ਚੰਦੂ ਲਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿਣ ਲੱਗਾ, ਜੇ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਆਪਣੇ ਸਾਹਿਬਜ਼ਾਦੇ ਨਾਲ ਪ੍ਰਵਾਨ ਕਰ ਲਓ ਤਾਂ ਮੈਂ ਬਾਦਸ਼ਾਹ ਦੇ ਕੋਲੋਂ ਤੁਹਾਨੂੰ ਛੁਡਵਾ ਦਿਆਂਗਾ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਚੰਦੂ ਤੂੰ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕੀਤੀ ਹੈ ਤੇ ਜਿਹੜਾ ਗੁਰੂ ਨਾਨਕ ਦੀ ਨਿੰਦਿਆ ਕਰੇ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਹੋ ਸਕਦਾ। ਬਾਕੀ ਰਹੀ ਗੱਲ ਮੌਤ ਦੀ, ਮੌਤ ਨੂੰ ਅਸੀਂ ਨਹੀਂ ਡਰਦੇ, ਕਿਉਂਕਿ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਇਹ ਜੰਮਣਾ ਮਰਨਾ ਪਰਮਾਤਮਾ ਦੇ ਹੁਕਮ ਵਿੱਚ ਹੈ। ਚੰਦੂ ਲਾਲ ਕਹਿਣ ਲੱਗਾ, ਫਿਰ ਠੀਕ ਹੈ, ਜੇ ਮੇਰੀ ਗੱਲ ਨਹੀਂ ਮੰਨਣੀ ਤਾਂ ਫਿਰ ਮਰਨ ਵਾਸਤੇ ਤਿਆਰ ਹੋ ਜਾਓ। ਸਤਿਗੁਰੂ ਕਹਿਣ ਲੱਗੇ, ਚੰਦੂ ਲਾਲ ਨਾ ਤੇਰੀ ਗੱਲ ਮੰਨਣੀ ਨਾ ਜਹਾਂਗੀਰ ਦੀ ਗੱਲ ਮੰਨ ਕੇ ਆਦ ਗ੍ਰੰਥ ਵਿੱਚ ਕੋਈ ਤਬਦੀਲੀ ਕਰਨੀ ਹੈ। ਹਾਂ, ਮਰਨ ਵਾਸਤੇ ਅਸੀਂ ਤਿਆਰ ਹਾਂ। ਸਾਧ ਸੰਗਤ, ਗਰਮੀਆਂ ਦੇ ਦਿਨ ਸਨ। ਜੂਨ ਦਾ ਮਹੀਨਾ, ਮਈ ਜੂਨ ਦਾ ਮਹੀਨਾ, ਜਿਸ ਵੇਲੇ ਭਰ ਗਰਮੀ ਹੁੰਦੀ ਹੈ, ਸੂਰਜ ਤਪ ਰਿਹਾ ਹੁੰਦਾ ਹੈ, ਧਰਤੀ ਤਪ ਰਹੀ ਹੁੰਦੀ ਹੈ, ਇਹੋ ਹੀ ਦਿਨ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਹਿਲਾਂ ਧੁੱਪੇ ਬਿਠਾਇਆ ਗਿਆ। ਜਿਤਨਾ ਦੁੱਖ ਚੰਦੂ ਦੇ ਸਕਦਾ ਸੀ ਦੇਣਾ ਸ਼ੁਰੂ ਕੀਤਾ। ਅਗਲੇ ਦਿਨ ਚੰਦੂ ਲਾਲ ਕਹਿਣ ਲੱਗਾ, ਅੱਜ ਤੁਹਾਨੂੰ ਗਰਮ ਪਾਣੀ ਦੇ ਵਿੱਚ ਉਬਾਲਿਆ ਜਾਏਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਚਿਹਰੇ ਤੇ ਹਮੇਸ਼ਾ ਵਾਲੀ ਮਿੱਠੀ ਮੁਸਕਰਾਹਟ, ਕਹਿਣ ਲੱਗੇ, ਚੰਦੂ ਲਾਲ ਤੂੰ ਜੋ ਕਰਨਾ ਉਹ ਕਰੀ ਜਾ। ਅੱਜ ਦਾ ਦਿਨ ਐਸਾ ਕਹਿਰ ਵਾਲਾ ਦਿਨ, ਇਹ ਚੰਦੂ ਪਾਪ ਕਮਾਉਣ ਲੱਗਾ। ਪਾਪੀ ਦਾ ਮਨ ਡੋਲਿਆ ਨਹੀਂ। ਇੱਕ ਚੁੱਲ੍ਹੇ ਦੇ ਉੱਤੇ
ਵੱਡਾ ਦੇਗਵਰਾ ਰੱਖਿਆ ਸੌਖੀ ਸਮਝ ਵਾਸਤੇ। ਇੱਕ ਵੱਡਾ ਸਾਰਾ ਪਤੀਲਾ ਕਹਿ ਲਓ। ਜਿਸ ਵੇਲੇ ਇਸ ਪਤੀਲੇ ਦਾ ਪਾਣੀ ਖੌਲਣ ਲੱਗ ਪਿਆ, ਪਾਣੀ ਉਬਲਣ ਲੱਗ ਪਿਆ, ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਉਬਲਦੇ ਹੋਏ, ਖੌਲਦੇ ਹੋਏ ਇਸ ਪਾਣੀ ਵਿੱਚ ਬਿਠਾਇਆ ਗਿਆ। ਗੁਰੂ ਸਾਹਿਬ ਜੀ ਖੌਲਦੇ ਹੋਏ ਪਾਣੀ ਵਿੱਚ ਬੈਠੇ ਔਰ ਬੈਠਦਿਆਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸਾਰਾ ਦਿਨ ਗਰਮ ਪਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਸ ਤਰ੍ਹਾਂ ਉਬਾਲਿਆ ਗਿਆ ਜਿਵੇਂ ਘਰਾਂ ਵਿੱਚ ਔਰਤਾਂ ਗਰਮ ਪਾਣੀ ਵਿੱਚ ਆਲੂ ਉਬਾਲਦੀਆਂ ਹਨ। ਸ਼ਾਮ ਪਈ, ਉਹ ਗਰਮ ਪਤੀਲਾ ਦੇਗਵਰਾ ਚੁੱਲ੍ਹੇ ਤੋਂ ਉਤਾਰਿਆ ਗਿਆ। ਗੁਰੂ ਸਾਹਿਬ ਜੀ ਨੂੰ ਉਸ ਦੇਗਵਰੇ ਵਿੱਚੋਂ ਬਾਹਰ ਕੱਢਿਆ। ਸਾਰੇ ਸਰੀਰ ਤੇ ਛਾਲੇ ਪੈ ਚੁੱਕੇ ਹਨ, ਸਾਰਾ ਸਰੀਰ ਛਾਲਿਆਂ ਨਾਲ ਭਰੇ ਹੈ, ਔਰ ਗੁਰੂ ਸਾਹਿਬਾਂ ਦਾ ਚਿਹਰਾ ਉਸੇ ਤਰ੍ਹਾਂ ਮੁਸਕਰਾ ਰਿਹਾ ਹੈ। ਬੁੱਲਾਂ ਤੇ ਉਹੋ ਹੀ ਮੁਸਕਰਾਹਟ ਹੈ, ਚਿਹਰੇ ਤੇ ਉਹੋ ਹੀ ਜਲਾਲ ਹੈ, ਅੱਖਾਂ ਦੇ ਵਿੱਚ ਉਹੋ ਹੀ ਅੰਮ੍ਰਿਤ ਹੈ, ਉਹੋ ਹੀ ਤੱਕਣੀ ਹੈ ਜਿਸ ਤੱਕਣੀ ਨੂੰ ਦੇਖ ਕੇ ਸੰਗਤਾਂ ਨਿਹਾਲ ਹੋ ਜਾਂਦੀਆਂ ਹਨ। ਚੰਦੂ ਲਾਲ ਆਇਆ, ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿਣ ਲੱਗਾ, ਹਾਲੀ ਵੀ ਵੇਲਾ, ਹਾਲੀ ਵੀ ਮੇਰੀ ਗੱਲ ਮੰਨ ਜਾਓ ਤਾਂ ਜਾਨ ਬਚ ਜਾਏਗੀ। ਸਾਹਿਬ ਜੀ ਕਹਿਣ ਲੱਗੇ, ਚੰਦੂ ਲਾਲ, ਨਾ ਤੇਰੀ ਗੱਲ ਮੰਨਣੀ ਹੈ ਨਾ ਜਹਾਂਗੀਰ ਦੀ। ਸੱਚ ਤੇ ਖਲੋਤੇ ਹਾਂ, ਸੱਚ ਨਹੀਂ ਛੱਡਣਾ। ਮੇਰੇ ਸਰੀਰ ਤੇ ਛਾਲੇ ਨਾ ਦੇਖ, ਤੂੰ ਮੇਰੇ ਮਨ ਦੀ ਠੰਡਕ ਦੇਖ। ਜਹਾਂਗੀਰ ਕਹਿਣ ਲੱਗਾ, ਠੀਕ ਹੈ, ਕੱਲ ਨੂੰ ਤੱਤੀ ਲੋਹ ਤੇ ਤੱਤੀ ਤਵੀ ਤੇ ਤੁਹਾਨੂੰ ਬਿਠਾ ਕੇ ਸਿਰ ਦੇ ਉੱਤੇ ਗਰਮ ਰੇਤ ਪਾਈ ਜਾਏਗੀ। ਮੈਂ ਦੇਖਦਾ ਤੁਸੀਂ ਮੇਰੀ ਗੱਲ ਕਿਸ ਤਰ੍ਹਾਂ ਨਹੀਂ ਮੰਨਦੇ। ਚੰਦੂ ਲਾਲ ਚਲਾ ਗਿਆ। ਅੱਧੀ ਰਾਤ ਹੋਈ। ਚੰਦੂ ਲਾਲ ਦੀ ਨੂੰਹ ਪਹਿਰੇਦਾਰਾਂ ਨੂੰ ਕੁਝ ਲਾਲਚ ਦੇ ਕੇ ਆਈ। ਗੁਰੂ ਸਾਹਿਬਾਂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਕਹਿਣ ਲੱਗੀ, ਮਹਾਰਾਜ, ਮੇਰਾ ਸਹੁਰਾ ਚੰਦੂ ਲਾਲ ਬੜਾ ਜ਼ੁਲਮ ਕਰ ਰਿਹਾ ਹੈ, ਮੇਰਾ ਮਨ ਬੜਾ ਡਰਦਾ ਹੈ, ਇਸ ਪਾਪ ਦੀ ਪਤਾ ਨਹੀਂ ਸਾਨੂੰ ਕੀ ਸਜ਼ਾ ਮਿਲੇਗੀ। ਸਾਹਿਬ ਜੀ ਕਹਿਣ ਲੱਗੇ, ਬੇਟਾ, ਤੂੰ ਨਾ ਰੋ ਤੇ ਨਾ ਹੀ ਘਬਰਾ। ਤੇਰੇ ਵਾਸਤੇ ਸਾਡੇ ਮਨ ਵਿੱਚ ਕੋਈ ਗੁੱਸਾ, ਕੋਈ ਗਿਲਾ ਨਹੀਂ, ਕਿਸੇ ਵਾਸਤੇ ਵੀ ਨਹੀਂ। ਜਾ ਬੇਟਾ, ਇਹ ਜੋ ਹੋ ਰਿਹਾ ਹੈ ਇਹ ਪਰਮਾਤਮਾ ਦੇ ਬਾਣੇ ਵਿੱਚ ਹੋ ਰਿਹਾ ਹੈ, ਸਾਡੇ ਮਨ ਵਿੱਚ ਕੋਈ ਡਰ ਨਹੀਂ। ਅੱਧੀ ਰਾਤ, ਭਿਆਨਕ ਵੇਲਾ, ਚਾਰੋਂ ਤਰਫ ਅੰਧੇਰਾ ਹੈ, ਉਥੇ ਡਰ ਪਾਓ ਕਿੱਥੇ ਜਿੱਥੇ ਪ੍ਰੇਮ ਨੇ ਲਾਇਆ ਡੇਰਾ ਹੈ। ਇੱਥੇ ਗੁਰੂ ਨਾਨਕ ਦਾ ਪਿਆਰ ਹੈ, ਇੱਥੇ ਡਰ ਨਹੀਂ। ਚੰਦੂ ਲਾਲ ਦੀ ਨੂੰਹ ਚਲੀ ਗਈ। ਅਗਲਾ ਦਿਨ ਚੜ ਆਇਆ। ਇਹ ਉਹ ਦਿਨ ਹੈ ਜਿਸ ਦਿਨ ਦੀ ਯਾਦ ਆਉਂਦਿਆਂ ਸਿੱਖ ਸੰਗਤਾਂ ਦੇ ਮਨਾਂ ਵਿੱਚ ਵੈਰਾਗ ਆਉਂਦਾ ਹੈ, ਗੁਰੂ ਦੇ ਚਰਨਾਂ ਦਾ ਪਿਆਰ ਆਉਂਦਾ ਹੈ, ਔਰ ਉਸ ਪਾਪੀ ਚੰਦੂ ਲਾਲ ਵਾਸਤੇ ਮਨ ਵਿੱਚ ਘਿਰਨਾ ਔਰ ਫਿਟਕਾਰਾਂ ਪੈਦਾ ਹੁੰਦੀਆਂ ਹਨ। ਇਹ ਦਿਨ ਚੜਿਆ, ਲੋਹ ਗਰਮ ਕੀਤੀ। ਇਸ ਲੋਹ ਦੇ ਉੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅੱਜ ਬਿਠਾਇਆ ਜਾਣਾ। ਲੋਹ ਵੀ ਇਸ ਤਰ੍ਹਾਂ ਗਰਮ ਹੋਈ
ਕਿ ਅੱਗ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਨਜ਼ਰ ਨਹੀਂ ਆ ਰਿਹਾ। ਇੱਕ ਪਾਸੇ ਪੜਪੂੰਜਾ ਰੇਤ ਗਰਮ ਕਰ ਰਿਹਾ ਹੈ ਔਰ ਨਾਲ ਹੀ ਲੋਹ ਤਪਾਈ ਜਾ ਰਿਹਾ ਹੈ। ਚੰਦੂ ਲਾਲ ਫਿਰ ਆਇਆ, ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿਣ ਲੱਗਾ, ਹਾਲੀ ਵੀ ਵੇਲਾ, ਮੇਰੀ ਗੱਲ ਮੰਨ ਜਾਓ, ਨਹੀਂ ਤੇ ਤੱਤੀ ਲੋਹ ਤੇ ਬਿਠਾਇਆ ਜਾਏਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਚੰਦੂ ਅਸਾਂ ਜੋ ਕਹਿਣਾ ਸੀ ਕਹਿ ਦਿੱਤਾ, ਤੂੰ ਜੋ ਜ਼ੁਲਮ ਕਰਨਾ ਕਰ ਲੈ। ਚੰਦੂ ਲਾਲ ਨੇ ਆਪਣੇ ਆਦਮੀਆਂ ਨੂੰ ਇਸ਼ਾਰਾ ਕੀਤਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਚੁੱਕ ਕੇ ਲੋਹ ਤੇ ਬਿਠਾ ਦਿਓ। ਉਹ ਸੋਚਦਾ ਸੀ ਇਹ ਤੁਰ ਨਹੀਂ ਸਕਦੇ, ਕਿਉਂਕਿ ਪੈਰਾਂ ਵਿੱਚ ਵੀ ਛਾਲੇ, ਸਾਰੇ ਸਰੀਰ ਤੇ ਛਾਲੇ ਸਨ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ਼ਾਰਾ ਕੀਤਾ, ਸਾਨੂੰ ਉਠਾਉਣ ਦੀ ਲੋੜ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਹੀ ਉੱਠੇ ਹਨ ਆਪਣੇ ਆਸਣ ਤੋਂ, ਪੋਲੇ ਪੋਲੇ ਕਦਮ ਰੱਖਦੇ ਤੱਤੀ ਲੋਹ ਦੇ ਕੋਲ ਪਹੁੰਚੇ ਹਨ। ਸੰਗਤਾਂ ਦੇ ਦਿਲਾਂ ਵਿੱਚ ਵਸਣ ਵਾਲੇ, ਸੰਗਤਾਂ ਦੀਆਂ ਅੱਖਾਂ ਵਿੱਚ ਵਸਣ ਵਾਲੇ ਅੱਜ ਮੇਰੇ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਲੋਹ ਦੇ ਕੋਲ ਹੋਏ। ਪਹਿਲਾ ਪੈਰ ਚੁੱਕ ਕੇ ਜਦ ਤੱਤੀ ਲੋਹ ਦੇ ਉੱਤੇ ਰੱਖਿਆ, ਮਾਨੋ ਧਰਤੀ ਆਕਾਸ਼ ਡੋਲ ਗਏ, ਸ਼ਾਂ ਸ਼ਾਂ ਦੀ ਆਵਾਜ਼ ਆਈ। ਫਿਰ ਦੂਸਰਾ ਕਦਮ ਤੱਤੀ ਲੋਹ ਤੇ ਰੱਖਿਆ ਔਰ ਫਿਰ ਦੇਖਦਿਆਂ ਦੇਖਦਿਆਂ ਚੌਂਕੜਾ ਮਾਰ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਲੋਹ ਤੇ ਬਿਰਾਜ ਗਏ ਹਨ। ਚੰਦੂ ਲਾਲ ਦਾ ਮਨ ਡੋਲਿਆ ਨਹੀਂ ਪਾਪੀ ਦਾ। ਸਗਾ ਪੜਪੁੰਜੇ ਨੂੰ ਇਸ਼ਾਰਾ ਕੀਤਾ, ਜਿਹੜਾ ਰੇਤ ਗਰਮ ਕਰ ਰਿਹਾ ਸੀ, ਉਹਨੇ ਗਰਮ ਰੇਤ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੀਸ ਦੇ ਉੱਤੇ, ਸਿਰ ਦੇ ਉੱਤੇ ਪਾਣੀ ਸ਼ੁਰੂ ਕਰ ਦਿੱਤੀ। ਇੱਕ ਪਾਸੇ ਤੱਤੀ ਲੋਹ ਜਿਹਦੇ ਉੱਤੇ ਗੁਰੂ ਸਾਹਿਬ ਜੀ ਬੈਠੇ ਹਨ, ਅੱਗ ਵੀ ਬਾਲੀ ਜਾ ਰਹੀ ਹੈ ਔਰ ਸੀਸ ਤੇ ਗਰਮ ਰੇਤਾ ਵੀ ਪੈ ਰਿਹਾ ਹੈ। ਸਰੀਰ ਤੇ ਛਾਲੇ ਹਨ ਪਰ ਤਨ ਹਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਿਰ ਵੀ ਚਿਹਰੇ ਤੇ ਮੁਸਕਰਾਹਟ ਹੈ ਤੇ ਕੀ ਕਹਿੰਦੇ ਹਨ, ਤੇਰਾ ਪਾਣਾ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਅਕਾਲ ਪੁਰਖ, ਮੈਂ ਖੁਸ਼ ਹਾਂ ਤੱਤੀ ਲੋਹ ਤੇ ਬਹਿ ਕੇ। ਜੇ ਸਿਰ ਤੇ ਚਵਰ ਚੁਲਾਨਾ ਹੈ ਉਹ ਵੀ ਤੇਰੀ ਖੁਸ਼ੀ, ਜੇ ਅੱਜ ਸਿਰ ਤੇ ਗਰਮ ਰੇਤਾ ਪਵਾ ਰਿਹਾ ਹੈ ਤੇ ਤਾਂ ਵੀ ਤੇਰੀ ਖੁਸ਼ੀ। ਇਸ ਸਮੇਂ ਨੂੰ ਦੇਖ ਕੇ ਸਾਈਂ ਮੀਆਂ ਮੀਰ ਉਸ ਹਵੇਲੀ ਵਿੱਚ ਆ ਪਹੁੰਚੇ। ਉਹਨਾਂ ਨੂੰ ਪਤਾ ਲੱਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਚੰਦੂ ਲਾਲ ਤਸੀਹੇ ਦੇ ਰਿਹਾ ਹੈ। ਬਾਦਸ਼ਾਹ ਦੇ ਹੁਕਮ ਨਾਲ ਗੁਰੂ ਸਾਹਿਬ ਜੀ ਦੀ ਇਸ ਅਵਸਥਾ ਨੂੰ ਸਾਈਂ ਮੀਆਂ ਮੀਰ ਨੇ ਆ ਕੇ ਤੱਕਿਆ ਤੇ ਸਾਈਂ ਮੀਆਂ ਮੀਰ ਜਿਹਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ ਸੀ, ਤਾਈ ਮਾਰ ਕੇ ਰੋਇਆ। ਤੇ ਉਸ ਸਮੇਂ ਜੋ ਉਸਨੇ ਕਿਹਾ, ਇਤਿਹਾਸ ਹੈ, ਕਈ ਵਾਰੀ ਇਤਿਹਾਸ ਨੂੰ ਬੋਲ ਕੇ ਸੁਣਾਉਂਦੇ ਆ, ਕਈ ਵਾਰੀ ਇਤਿਹਾਸ ਨੂੰ ਗਾ ਕੇ ਸੁਣਾਉਂਦੇ ਆ। ਉਸ ਸਮੇਂ ਦੇ ਹਾਲਾਤ, ਇਤਿਹਾਸ ਜੋ ਆਪਾਂ ਬੋਲ ਕੇ ਵੀ ਸੁਣ ਰਹੇ ਹਾਂ, ਗਾ ਕੇ ਵੀ ਆਪਾਂ ਸੁਣ ਰਹੇ ਹਾਂ। ਹੇ ਪ੍ਰੀਤਮ, ਅਰਸ਼ਾਂ ਦੇ ਮਾਲਕ, ਪਾਣਾ ਇਹ ਵਰਤਾਇਆ ਕਿ ਲੋ ਤੱਤੀ ਤੇ ਤਾੜੀ ਲਾਈ, ਦਿਲ ਤੇਰੇ ਵਿੱਚ ਆਇਆ ਕਿ। ਸਾਈਂ ਮੀਆਂ ਮੀਰ ਕਹਿਣ ਲੱਗੇ, ਐ ਮੇਰੇ ਪ੍ਰੀਤਮ, ਐ ਅਰਸ਼ਾਂ ਦੇ ਮਾਲਕ, ਇਹ ਤੇਰੇ ਦਿਲ ਵਿੱਚ ਕਿਹੜਾ ਖਿਆਲ ਆ ਗਿਆ, ਤੱਤੀ ਲੋਹ ਤੇ ਚੌਂਕੜੀ ਮਾਰ ਕੇ ਬੈਠ ਗਏ। ਤੇ ਨਾਲੇ ਕਹਿਣ ਲੱਗੇ, ਦੁਨੀਆ ਦਾ ਦੁੱਖ ਹਰਤਾ ਹੋ ਕੇ ਆਪ ਤਸੀਹੇ ਜਰਨਾਏ, ਮੈਂ ਰੋਵਾਂ ਤੇ ਤੂੰ ਮੁਸਕਾਵੇਂ, ਉਪਤਾ ਕਮੂਲ ਨਾ ਕਰਨਾ ਹੈ। ਤੂੰ ਦੁਨੀਆ ਦੇ ਦੁੱਖ ਦੂਰ ਕਰਨ ਵਾਲਾ ਹੈ, ਫਿਰ ਆਪ ਤੱਤੀ ਲੋਹ ਤੇ ਕਿਉਂ ਬੈਠਾ ਹੈ? ਮੈਂ ਰੋ ਰਿਹਾ, ਤੂੰ ਮੁਸਕਰਾ ਰਿਹਾ ਹੈ। ਐ ਗੁਰੂ ਅਰਜਨ ਦੇਵ ਜੀ ਮਹਾਰਾਜ
ਕੀ ਤੈਨੂੰ ਦੁੱਖ ਨਹੀਂ ਹੁੰਦਾ? ਆਓ ਇਹਨਾਂ ਲੈਣਾ ਨੂੰ ਇੱਕ ਵਾਰੀ ਆਪਾਂ ਵੀ ਪੜੀਏ। हे प्रीतम वर शान दे मालक, पाणाए वर आया की, लो तती ते ताड़ी लाई, दिल तेरे विच आया की। हे प्रीतम वर शान दे मालक, धन गुरु अर्जन देव जी, 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 धन गुरु अर्जन देव जी। चरबी जिंदड़ी दुखड़े सह किवें, उचड़ी दे सब टल दी चरबी जिंदड़ी दुखड़े सह किवें। तेरा पाना मीठा लागे हर पल मुँहों हर पल मुँह कहनाए। हे प्रीतम वर शान दे मालक, पाणाए वर आया की, लो तती ने ताड़ी लाई, दिल तेरे विच आया की। हे प्रीतम वर शान दे मालक, धन गुरु अर्जन देव जी, 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 धन गुरु अर्जन देव जी। साईं मियां में रो रो के कह रहे हैं, उचड़ी दे सब टलदी चरबी जिंदड़ी दुखड़े सहे किवें। ऐ गुरु अर्जन देव जी महाराज, शरीर दी चरबी टलदी जा रही है, शरीर ते छाले हैं, ये दुख किस तरह सह रहे हो? मैनू हुक्म करो, मैं दिल्ली ते लाहौर दी इट नाल इट खड़का दियां। बड़े करनी वाले महापुरुष सन, पर गुरु अर्जन देव जी महाराज कहन लगे, साईं मियां मीर आकाश वाल देख। साईं मियां मीर आकाश वाल देखते हैं, की नजर आया 33 करोड़ देवते फुल्लां दी वर्खा कर रहे हैं। सतगुरु कहन लगे, साईं जी ये साडे धर्म दे राह ते चलदे हैं, संसार दे भले ले शहीद होने का समय। साईं जी नूं समझा के तोरिया। सारा दिन शरीर ते गर्म रेत पैंदी रही, तती लो ते सतगुरु बैठे रहे। शाम पई, फिर चंदू लाल आया, कहन लगा हाली भी वेला है। सतगुरु कहन लगे, चंदू लाल हुण ते वेला शहीद होने दा है, तेरी गल असां ना मन्नी है ते ना मननी है, ना जहांगीर दी गल मन के गुरु ग्रंथ साहिब विच आदि ग्रंथ विच कोई तब्दीली करनी। अगले दिन गुरु अर्जन देव जी महाराज ने कहा, असी नदी ते इशनान करना है। गुरु साहब जी नदी ते गए। वो जिहड़े 5 सिख नाल सन वो भी नाल हैं।
ਗੁਰੂ ਸਾਹਿਬਾਂ ਨੇ ਸਿੱਖਾਂ ਨੂੰ ਕਿਹਾ, ਤੁਸੀਂ ਹੁਣ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਚਲੇ ਜਾਓ। ਗੁਰੂ ਅਰਜਨ ਦੇਵ ਜੀ ਮਹਾਰਾਜ ਨਦੀ ਦੇ ਪਾਣੀ ਵਿੱਚ ਉਤਰੇ ਇਸ਼ਨਾਨ ਕਰਨ ਵਾਸਤੇ, ਔਰ ਇਹ ਜਿਹੜੇ ਸਿੱਖ ਸਨ ਗੁਰੂ ਸਾਹਿਬਾਂ ਨੂੰ ਤੱਕ ਰਹੇ ਹਨ। ਗੁਰੂ ਸਾਹਿਬ ਜੀ ਨਦੀ ਦੇ ਪਾਣੀ ਵਿੱਚ ਉਤਰੇ, ਇਸ਼ਨਾਨ ਕਰ ਰਹੇ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ਼ਨਾਨ ਕਰ ਰਹੇ ਹਨ। ਇਸ਼ਨਾਨ ਕਰਦਿਆਂ ਕਰਦਿਆਂ ਇੱਕ ਵਾਰੀ ਉਹਨਾਂ ਸਿੱਖਾਂ ਵੱਲ ਦੇਖਿਆ, ਔਰ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਸਤਿਗੁਰਾਂ ਨੇ ਆਪਣੇ ਨੇਤਰ ਬੰਦ ਕੀਤੇ, ਇਸ਼ਨਾਨ ਕੀਤਾ। ਇਸ਼ਨਾਨ ਕਰਦਿਆਂ ਕਰਦਿਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। सूरज किरण मिले जल का जल हुआ राम। गुरु अर्जन देव जी महाराज ज्योति जोत समा गए। देश कौम संसार दे भले वास्ते, मनुखता दे प्यार लई, एकता लई, सांझी वालता लई, आपसी भाईचारे लई गुरु अर्जन देव जी महाराज शहीद हो गए। और संसार में एक ऐसी महान देन गुरु ग्रंथ साहब जी दे गए कि जो संसार विच एक ऐसे ग्रंथ हैं जिन्हां नूं गुरु ग्रंथ साहब कहा जाता है और जेड़े सारियां दे सांझे हैं। जेड़ा भी बाणी पढ़े, जेड़ा भी प्यार नाल बाणी सुने, कोई गावे ओ सुने, हर नामा चित लाए, कहे कबीर संसार नहीं अंत परम गत पाए। आओ जितने माई पाई पढ़ रहे हो, सुन रहे हो, आओ एक बारी गुरु अर्जन देव जी महाराज दे पवित्र नाम नूं लैके अपनी रसना मन आत्मा पवित्र करिए। तन गुरु अर्जन देव जी, 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 तन गुरु अर्जन देव जी। जय गुरु जी की। अब हम मंत्र जाप करेंगे। नमः शिवाय। शिव जी सदा
गुरुजी सदा जय गुरु जी की।
भज